ਰਾਜ ਸਭਾ ਜਾਣਗੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਨੀ। ਆਮ ਆਦਮੀ ਪਾਰਟੀ ਨੇ ਚੁਣੇ ਉਮੀਦਵਾਰ। ਸੀਐਮ ਭਗਵੰਤ ਮਾਨ ਨੇ ਦਿੱਤੀਆਂ ਸ਼ੁਭਕਾਮਨਾਵਾਂ। ਰਾਜ ਸਭਾ ਲਈ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਕੇਜਰੀਵਾਲ ਨੂੰ ਮਿਲੇ ਵਿਕਰਮਜੀਤ ਸਿੰਘ ਸਾਨੀ। ਆਮ ਆਦਮੀ ਪਾਰਟੀ ਨੇ ਸੀਚੇਵਾਲ ਦੇ ਨਾਲ ਵਿਕਰਮਜੀਤ ਨੂੰ ਚੁਣਿਆ ਰਾਜ ਸਭਾ ਦੇ ਲਈ ਉਮੀਦਵਾਰ। ਸੀਚੇਵਾਲ ਤੇ ਸਾਨੀ ਨੂੰ ਰਾਜ ਸਭਾ ਮੈਂਬਰੀ ਦੇ ਲਈ ਚੁਣੇ ਜਾਣ ਤੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ। ਅਕਾਲੀ ਦਲ ਬੋਲਿਆ ਪਵਿੱਤਰ ਗਊਆਂ ਨੂੰ ਅੱਗੇ ਕਰਕੇ ਵਜਰਪਾਤ ਧੋਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਰਾਜਾ ਵੜਿੰਗ ਵੀ ਬੋਲੇ ਸਿਆਸੀ ਤੌਰ ਤੇ ਚੁਣ ਕੇ ਆਪ ਨੇ ਘਟਾਇਆ ਸਮਾਜ ਸੇਵੀਆਂ ਦਾ ਦਾਇਰਾ। ਕੈਪਟਨ ਜਲਦ ਸੀਐਮ ਭਗਵੰਤ ਮਾਨ ਨੂੰ ਮਿਲ ਕੇ ਆਪਣੇ ਭ੍ਰਿਸ਼ਟ ਸਾਬਕਾ ਮੰਤਰੀਆਂ ਵਿਧਾਇਕਾਂ ਦੀ ਦੇਣਗੇ ਲਿਸਟ। ਕੈਪਟਨ 6 ਮੰਤਰੀਆਂ ਦੇ ਸੌਂਪ ਸਕਦੇ ਨੇ ਨਾਮ। ਵੀਆਈਪੀ ਸੁਰੱਖਿਆ ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ। ਕਈ ਧਾਰਮਿਕ ਆਗੂਆਂ ਸਾਬਕਾ ਵਿਧਾਇਕਾਂ ਦੇ ਨਾਲ ਗਾਇਕ ਮੂਸੇਵਾਲਾ ਦੀ ਸੁਰੱਖਿਆ ਤੇ ਵੀ ਕੈਂਚੀ। ਏਡੀਜੀਪੀ ਸਣੇ ਕਈ ਮੌਜੂਦਾ ਪੁਲਿਸ ਅਫਸਰਾਂ ਦੀ ਸੁਰੱਖਿਆ ਦੇ ਵਿੱਚ ਕੀਤੀ ਕਟੌਤੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਕੇਸਗੜ੍ਹ ਸਾਹਿਬ ਤੇ ਪਟਨਾ ਸਾਹਿਬ ਦੇ ਜਥੇਦਾਰ ਨੇ ਵੀ ਮੋੜੀ ਪੰਜਾਬ ਸਰਕਾਰ ਦੀ ਸਿਕਿਉਰਿਟੀ। ਜਥੇਦਾਰ ਬੋਲੇ ਸਰਕਾਰ ਦੀ ਸਿਕਿਉਰਿਟੀ ਦੀ ਨਹੀਂ ਹੈ ਸਾਨੂੰ ਲੋੜ। ਮਾਨ ਸਰਕਾਰ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ। 100 ਤੋਂ ਵੱਧ ਹੋਰ ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ। ਹੁਣ ਤੱਕ ਸੇਵਾ ਕੇਂਦਰਾਂ ਦੇ ਵਿੱਚ 380 ਮਿਲਦੀਆਂ ਸਨ ਸੇਵਾਵਾਂ। ਨਾਜਾਇਜ਼ ਕਬਜ਼ਿਆਂ ਤੇ ਐਕਸ਼ਨ ਜਾਰੀ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ 31 ਦਿਨਾਂ 'ਚ 3100 ਏਕੜ ਜ਼ਮੀਨ ਕਰਵਾਏਗੀ ਕਬਜ਼ਾ ਮੁਕਤ। ਮਾਈਨਿੰਗ ਮੰਤਰੀ ਹਰਜੋਤ ਬੈਂਸ ਦਾ ਦਾਅਵਾ ਪੰਜਾਬ 'ਚ ਬੰਦ ਹੋਈ ਗੈਰ ਕਾਨੂੰਨੀ ਮਾਈਨਿੰਗ। ਰੇਤ ਮਾਫੀਆ ਤੇ ਲੱਗੀ ਪੂਰੀ ਲਗਾਮ। 1 ਲੱਖ ਮੀਟ੍ਰਿਕ ਟਨ ਤੋਂ ਪਾਰ ਹੋਈ ਕਾਨੂੰਨੀ ਮਾਈਨਿੰਗ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਆਪ ਦੇ ਰਾਜ ਸਭਾ ਉਮੀਦਵਾਰ ਕੇਜਰੀਵਾਲ ਨੂੰ ਮਿਲੇ ਨੇ। ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ। ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਹ ਮੁਲਾਕਾਤ ਹੋਈ ਹੈ। ਅੱਜ ਹੀ ਪਾਰਟੀ ਨੇ ਰਾਜ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਵਿਕਰਮਜੀਤ ਸਿੰਘ ਸਾਨੀ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਦਰਅਸਲ ਅੱਜ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੇ 2 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਮ ਤੇ ਮੋਹਰ ਲੱਗੀ ਹੈ। ਉੱਥੇ ਸਮਾਜ ਸੇਵੀ ਵਿਕਰਮਜੀਤ ਸਿੰਘ ਸਾਨੀ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ। ਤੇ ਇਸ ਐਲਾਨ ਤੋਂ ਬਾਅਦ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਗਈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ। ਤਸਵੀਰਾਂ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਜ਼ਰ ਆ ਰਹੇ ਨੇ। ਉੱਥੇ ਹੀ ਰਾਜ ਸਭਾ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਕਰਮਜੀਤ ਸਿੰਘ ਸਾਨੀ ਨਜ਼ਰ ਆ ਰਹੇ ਨੇ। ਐਲਾਨ ਤੋਂ ਬਾਅਦ ਨਾਮ ਤੇ ਮੋਹਰ ਲੱਗਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਨੀ ਦੇ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਇਹ ਮੁਲਾਕਾਤ ਕੀਤੀ ਗਈ ਹੈ। ਆਮ ਆਦਮੀ ਪਾਰਟੀ ਨੇ ਖਾਲੀ ਹੋਈਆਂ 2 ਰਾਜ ਸਭਾ ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਪਹਿਲਾਂ 5 ਸੀਟਾਂ ਤੇ ਜੋ ਮੈਂਬਰਾਂ ਨੂੰ ਭੇਜਿਆ ਸੀ ਉਹਨਾਂ ਦਾ ਵਿਰੋਧ ਹੋਇਆ ਸੀ, ਪਰ ਇਸ ਵਾਰ ਜਿਹੜੇ ਰਹਿੰਦੀਆਂ 2 ਸੀਟਾਂ ਤੇ ਐਲਾਨ ਕੀਤਾ ਹੈ ਉਸ ਦੇ ਨਾਲ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਸ਼ਾਇਦ ਹੀ ਮਿਲੇ, ਕਿਉਂਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਨੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੋਵਾਂ ਨੂੰ ਪਦਮ ਸ਼੍ਰੀ ਸਨਮਾਨ ਦੇ ਨਾਲ ਨਵਾਜ਼ਿਆ ਜਾ ਚੁੱਕਿਆ ਹੈ ਤੇ ਦੇਸ਼ ਤੇ ਵਿਦੇਸ਼ਾਂ 'ਚ ਆਪਣੇ ਕੰਮਾਂ ਦੇ ਕਰਕੇ ਲੋਕਾਂ ਦੇ ਦਿਲਾਂ ਵਿੱਚ ਦੋਵੇਂ ਵੱਖਰੀ ਪਛਾਣ ਬਣਾ ਚੁੱਕੇ ਨੇ। ਸੰਤ ਸੀਚੇਵਾਲ ਨੇ ਲੋਕਾਂ ਦੇ ਦਿਲਾਂ ਵਿੱਚ ਕਿਉਂ ਤੇ ਕਿਵੇਂ ਬਣਾਈ ਇਹ ਪਛਾਣ, ਇਹ ਵੀ ਦੱਸਦੇ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ ਨਦੀਆਂ ਦੇ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਲਗਾਤਾਰ ਯਤਨ ਕਰਦੇ ਰਹੇ ਨੇ। ਈਕੋ ਬਾਬਾ ਦੇ ਨਾਂ ਦੇ ਨਾਲ ਵੀ ਉਹ ਮਸ਼ਹੂਰ ਨੇ। ਸੁਲਤਾਨਪੁਰ ਲੋਧੀ ਵਿੱਚ 160 ਕਿਲੋਮੀਟਰ ਲੰਬੀ ਕਾਲੀ ਵੇਈ ਨਦੀ ਦੀ ਉਹਨਾਂ ਨੇ ਸਫਾਈ ਕੀਤੀ। 2007 ਦੇ ਵਿੱਚ ਇਕੱਲੇ ਸ਼ੁਰੂ ਕੀਤੀ ਸੀਗੀ ਇਹ ਵੇਈ ਦੀ ਸਫਾਈ ਤੇ ਜਲੰਧਰ ਦੇ ਪਿੰਡ ਸੀਚੇਵਾਲ ਦੇ ਵਿੱਚ ਜੰਮੇ 2017 ਦੇ ਵਿੱਚ ਵਾਤਾਵਰਣ ਦੇ ਲਈ ਅਹਿਮ ਯੋਗਦਾਨ ਦੇ ਨਾਲ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ੇ ਗਏ ਸੰਤ ਬਲਬੀਰ ਸਿੰਘ ਸੀਚੇਵਾਲ। ਸਾਰੀਆਂ ਅਸੀਂ ਸੰਗਤਾਂ ਨਾਲ ਤੇ ਜਿਹੜੇ ਸਾਡੇ ਵਿਸ਼ਵਾਸ ਪਾਤਰ ਆ ਜਿਨ੍ਹਾਂ ਕੋਲ ਹਮੇਸ਼ਾ ਉਹ ਉਹਨਾਂ ਨਾਲ ਗੱਲ ਕਰਦੇ ਰਹਿੰਦੇ, ਉਹਨਾਂ ਸਾਰਿਆਂ ਨੇ ਜਿਹਦੇ ਨਾਲ ਵੀ ਗੱਲ ਕੀਤੀ ਸਾਡੇ ਕੋਲ ਇੱਕ ਬੰਦੇ ਨੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਨਾ ਜਾਓ। ਫਿਰ ਕਹਿੰਦੇ ਬਾਬਾ ਜੀ ਤੁਹਾਨੂੰ ਜਾਣਾ ਚਾਹੀਦਾ। ਜਿਹੜੀਆਂ ਗੱਲਾਂ ਤੁਸੀਂ ਇੱਥੇ ਬਾਹਰ ਬੈਠ ਕੇ ਗੱਲਾਂ ਕਰਦੇ ਆ ਤੁਸੀਂ ਉੱਥੇ ਅੰਦਰ ਕਰੋਗੇ ਤੇ ਉਹ ਉਹਦੀ ਵੈਲਿਊ ਬਹੁਤ ਜ਼ਿਆਦਾ ਹੋਊਗੀ।
ਵਿਕਰਮਜੀਤ ਸਾਨੀ ਵੀ ਦੇਸ਼ ਵਿਦੇਸ਼ ਵਿੱਚ ਆਪਣੇ ਕਾਰਜਾਂ ਕਰਕੇ ਲੋਕਾਂ ਦੇ ਮਨਾਂ ਵਿੱਚ ਥਾਂ ਬਣਾ ਚੁੱਕੇ ਨੇ। ਵਿਕਰਮਜੀਤ ਸਾਨੀ ਦੀ ਗੱਲ ਕੀਤੀ ਜਾਵੇ ਤਾਂ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਅਹਿਮ ਯੋਗਦਾਨ ਦਿੱਤਾ ਹੈ। ਮੌਰੀਸ਼ਸ ਦੇ ਰਾਸ਼ਟਰਪਤੀ ਤੋਂ ਇੰਟਰਨੈਸ਼ਨਲ ਪੀਸ ਅਵਾਰਡ ਉਹਨਾਂ ਨੂੰ ਮਿਲਿਆ। ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਦੇ ਲਈ ਵਿਸ਼ਵ ਪੰਜਾਬੀ ਸੰਸਦੀ ਮੰਚ ਦਾ ਗਠਨ ਵਿਕਰਮਜੀਤ ਸਾਨੀ ਨੇ ਹੀ ਕੀਤਾ ਹੈ। ਬੋਲੇ ਸੋਨਿਹਾਲ, ਗੁਰੂ ਮਾਨਿਓ ਗ੍ਰੰਥ ਅਤੇ ਸਰਬੰਸਦਾਨੀ ਵਰਗੇ ਪ੍ਰੋਗਰਾਮਾਂ ਦਾ ਆਯੋਜਨ ਉਹ ਕਰਦੇ ਰਹੇ ਨੇ। ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਮੁਹੱਈਆ ਕਰਾਉਣ ਵਿੱਚ ਉਹਨਾਂ ਦਾ ਨਾਂ ਅੱਗੇ ਆਂਦਾ ਹੈ। ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਕੌਮਾਂਤਰੀ ਪ੍ਰਧਾਨ ਵੀ ਵਿਕਰਮਜੀਤ ਸਾਨੀ ਰਹੇ ਨੇ ਤੇ 22 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਯੋਗਦਾਨ ਪਾਇਆ ਹੈ। 500 ਤੋਂ ਵਧੇਰੇ ਅਫਗਾਨ ਹਿੰਦੂਆਂ ਤੇ ਸਿੱਖਾਂ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਵੀ ਉਹਨਾਂ ਚੁੱਕੀ। ਕੋਵਿਡ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੈਡੀਕਲ ਸਹਾਇਤਾ ਉਹਨਾਂ ਨੇ ਮੁਹੱਈਆ ਕਰਾਈਆਂ। ਦੋਵਾਂ ਦੇ ਨਾਵਾਂ ਦਾ ਐਲਾਨ ਖੁਦ ਸੀਐਮ ਨੇ ਟਵੀਟ ਕਰਕੇ ਕਰ ਦਿੱਤਾ। ਸੀਐਮ ਨੇ ਲਿਖਿਆ, ਮੈਨੂੰ ਸੂਚਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ 2 ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਸ਼ਖਸੀਅਤਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰ ਰਹੀ ਹੈ। ਇੱਕ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਦੂਜੇ ਪੰਜਾਬੀ ਕਲਚਰ ਨਾਲ ਸੰਬੰਧਿਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਨੀ। ਦੋਵਾਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਪਹਿਲੀਆਂ 5 ਸੀਟਾਂ ਤੇ ਜਦੋਂ ਨਾਂ ਐਲਾਨੇ ਗਏ ਸਨ ਤਾਂ ਵਿਰੋਧੀ ਬਾਹਰੀ ਉਮੀਦਵਾਰ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਸਨ, ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਵਿਰੋਧੀਆਂ ਨੂੰ ਨਾ ਬੋਲਣ ਦਾ ਮੌਕਾ ਸਾਂਭ ਲਿਆ। ਪੰਕਜ ਕਪਾਹੀ ਦੇ ਨਾਲ ਜਗਜੀਤ ਤੰਜੂ ਦੀ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਵੀਆਈਪੀ ਸੁਰੱਖਿਆ, ਜਿਸ ਨੂੰ ਲੈ ਕੇ ਬਵਾਲ ਲਗਾਤਾਰ ਜਾਰੀ ਹੈ। ਬਗੈਰ ਸੁਰੱਖਿਆ ਤੋਂ ਅੰਮ੍ਰਿਤਸਰ ਪਹੁੰਚੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਵੀ ਸਾਹਮਣੇ ਆਇਆ। ਜਥੇਦਾਰ ਨੇ ਪੰਜਾਬ ਸਰਕਾਰ ਤੇ ਤੰਜ ਕੱਸਿਆ। ਤੰਜ ਭਰੇ ਲਹਿਜ਼ੇ ਦੇ ਵਿੱਚ ਸਰਕਾਰ ਨੂੰ ਧੰਨਵਾਦ ਕਿਹਾ ਗਿਆ ਜਥੇਦਾਰ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਮੈਨੂੰ ਸਰਕਾਰ ਦੀ ਸਿਕਿਉਰਿਟੀ ਨਹੀਂ ਚਾਹੀਦੀ। ਦਰਅਸਲ ਸਵੇਰੇ ਹੀ ਮਾਨ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ। ਜਥੇਦਾਰ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ ਕੀਤੀ ਗਈ। ਹਾਲਾਂਕਿ ਐਸਜੀਪੀਸੀ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੀ ਸੁਰੱਖਿਆ ਨੂੰ ਬਹਾਲ ਕਰ ਦਿੱਤਾ ਗਿਆ, ਪਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਤੰਜ ਕੱਸਿਆ। ਤੰਜ ਭਰੇ ਲਹਿਜ਼ੇ ਦੇ ਵਿੱਚ ਸਰਕਾਰ ਨੂੰ ਧੰਨਵਾਦ ਕਿਹਾ। ਨਾਲ ਹੀ ਜਥੇਦਾਰ ਦਾ ਕਹਿਣਾ ਕਿ ਮੈਨੂੰ ਸਰਕਾਰ ਦੀ ਸੁਰੱਖਿਆ ਨਹੀਂ ਚਾਹੀਦੀ। ਧੰਨਵਾਦ ਕਰਦੇ ਸਰਕਾਰ ਦਾ ਜੀ। ਨਹੀਂ, ਜਿਹੜੇ 3 ਸੀ ਨਾ ਵਾਪਸ ਦਿੱਤੇ ਉਹਨਾਂ ਨੇ, ਬਾਅਦ ਚ ਤੁਸੀਂ 3 ਭੇਜ ਦਿੱਤੇ ਵਾਪਸ। ਸਰਕਾਰ ਵੱਲੋਂ ਦਿੱਤੀ ਹੋਈ ਕੋਈ ਵੀ ਸਿਕਿਉਰਿਟੀ ਨਹੀਂ, ਮੈਂ ਮੇਰਾ ਮਨ ਨਹੀਂ ਹੈ। ਉਧਰ ਪੰਜਾਬ ਸਰਕਾਰ ਦੀ ਸਿਕਿਉਰਿਟੀ ਵਾਪਸੀ ਵਾਲੀ ਕਾਰਵਾਈ ਤੋਂ ਬਾਅਦ ਤਿੰਨ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੇ ਪੰਜਾਬ ਸਰਕਾਰ ਦੀ ਪੂਰੀ ਸੁਰੱਖਿਆ ਮੋੜ ਦਿੱਤੀ ਹੈ। ਸ਼ਨੀਵਾਰ ਦੀ ਸਵੇਰ ਪੰਜਾਬ ਸਰਕਾਰ ਨੇ 424 ਵੀਆਈਪੀ ਆਗੂਆਂ ਦੀ ਸੁਰੱਖਿਆ ਤੇ ਕੈਂਚੀ ਚਲਾਈ, ਜਿਨ੍ਹਾਂ ਵਿੱਚ ਜਥੇਦਾਰ ਦੀ ਸੁਰੱਖਿਆ ਵੀ ਵਾਪਸ ਲੈਣ ਦਾ ਫੈਸਲਾ ਸੀ। ਜਥੇਦਾਰ ਦੀ ਸੁਰੱਖਿਆ ਵਾਪਸ ਲਈ ਗਈ ਤਾਂ ਐਸਜੀਪੀਸੀ ਨੇ ਆਪਣੀ ਸੁਰੱਖਿਆ ਜਥੇਦਾਰ ਨੂੰ ਦੇ ਦਿੱਤੀ, ਪਰ ਦੁਪਹਿਰ ਹੁੰਦਿਆਂ ਹੀ ਜਥੇਦਾਰ ਦੀ ਸੁਰੱਖਿਆ ਮੁੜ ਬਹਾਲ ਕਰ ਦਿੱਤੀ ਗਈ। ਇਸ ਦੀ ਜਾਣਕਾਰੀ ਐਸਜੀਪੀਸੀ ਨੇ ਖੁਦ ਟਵੀਟ ਕਰਕੇ ਦਿੱਤੀ, ਪਰ ਜਥੇਦਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। मैं समझता है कि नवी सरकार बनी है और नवी सरकार ने आन के पहला होर भी सिक्योरिटियां वापस जिहड़ियां ने कीतियां ने और मैं समझदा है कि ये नहीं सी सानू लगता कि वो सिंह साहब की सिक्योरिटी भी वापस कर देंगे, क्योंकि अकाल तख्त साहब का जहेदार का रुतबा बहुत वड्डा है। कोई दिक्कत वाली गल नहीं गी। बाकी जिहड़े अद्धी जिहड़ी सीगी कुछ मुंडे सीगे ਉਹ ਅਕਾਲ ਤਖਤ ਸਾਹਿਬ ਵੱਲੋਂ ਮੈਂ ਸੈਕਟਰੀ ਨੂੰ ਕਹਿਤਾ ਕਿ ਸਰਕਾਰ ਨਾਲ ਗੱਲ ਕਰਕੇ ਇਹ ਜਿਹੜੇ ਹੈਗੇ ਆ ਇਹ ਵੀ ਵਾਪਸ ਜਿਹੜੇ ਆ ਉਹ ਲੈ ਜਾਣ, ਕਿਉਂਕਿ ਸਾਨੂੰ ਕਿਸੇ ਸਿਕਿਉਰਿਟੀ ਦੀ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਜਿਹੜੀ ਹੈ ਲੋੜ ਨਹੀਂ ਹੈ। ਘੱਲੂਘਾਰਾ ਦਿਵਸ ਆਉਣ ਵਾਲਾ ਹੈ ਤੇ ਇਸੇ ਵਿਚਾਲੇ ਸਰਕਾਰ ਦੇ ਇਸ ਫੈਸਲੇ ਤੇ ਸਿਆਸਤ ਵੀ ਗਰਮਾ ਗਈ। ਅਕਾਲੀ ਦਲ ਤੇ ਬੀਜੇਪੀ ਨੇ ਮਾਨ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ। जथेदार का जो इतना बड़ा मान सम्मान का ओहदा है उसकी वैल्यू भी नहीं समझी। एक तरफ आप घल्लूघारा दिवस आ रहा है, 20 कंपनी उधर से लेके आ रहे हैं बीएसएफ की कि पंजाब में इस हफ्ते में खतरा है, और श्री अकाल तख्त साहब के जथेदार की आप सिक्योरिटी बिठा कर रहे हैं। श्री अकाल तख्त ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਵਾਪਸ ਲਈ। ਉਹ ਸੁਰੱਖਿਆ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਵੈਸੇ, ਪਰ ਉਹ ਸੁਰੱਖਿਆ ਦਾ ਹੋਰ ਵੀ ਲਾਭ ਸੀ ਕਿ ਉਹ ਗੋਲਡਨ ਟੈਂਪਲ ਦੇ ਅੰਦਰ ਰਹਿੰਦੇ ਸੀ, ਦਰਬਾਰ ਸਾਹਿਬ ਦੇ ਅੰਦਰ ਜਾਂਦੇ ਸੀ। ਦੂਜੇ ਜਿਹੜੇ ਲੋਕ ਗਲਤ ਅਨਸਰ ਨੇ ਉਹਨਾਂ ਨੂੰ ਡਰ ਰਹਿੰਦਾ ਕਿ ਪੰਜਾਬ ਪੁਲਿਸ ਦੇ ਲੋਕ ਹੈਗੇ। ਉਧਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ
ਆਪਣੀ ਸਰਕਾਰੀ ਸੁਰੱਖਿਆ ਵਾਪਸ ਕਰ ਦਿੱਤੀ ਹੈ। ਵੀਆਈਪੀ ਦੀਆਂ ਸੁਰੱਖਿਆ ਤੇ ਕੈਂਚੀ ਤਾਂ ਚਲਾ ਦਿੱਤੀ, ਪਰ ਜਥੇਦਾਰ ਦੀ ਸੁਰੱਖਿਆ ਨੂੰ ਲੈ ਕੇ ਸਿਆਸਤ ਖੂਬ ਕਰਵਾ ਰਹੀ ਹੈ ਤੇ ਵਿਰੋਧੀ ਆਪ ਸਰਕਾਰ ਨੂੰ ਘੇਰ ਰਹੇ ਨੇ। ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੀ ਰਿਪੋਰਟ, ਨਿਊਜ਼ 18 ਪੰਜਾਬ। ਸੋ ਜਥੇਦਾਰਾਂ ਨੇ ਸਰਕਾਰ ਦੀ ਸਿਕਿਉਰਿਟੀ ਵਾਪਸ ਕਰ ਦਿੱਤੀ ਹੈ। ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਸਿਕਿਉਰਿਟੀ ਮੋੜ ਦਿੱਤੀ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ। ਪੁਲਿਸ ਦੇ ਸਾਰੇ ਸੁਰੱਖਿਆ ਮੁਲਾਜ਼ਮ ਵਾਪਸ ਕਰ ਦਿੱਤੇ ਨੇ। ਜਥੇਦਾਰ ਨੇ ਸਾਫ਼ ਕਰ ਦਿੱਤਾ ਕਿ ਜਿਹੜੇ ਵੀ ਪੰਜਾਬ ਪੁਲਿਸ ਦੇ ਸਾਰੇ ਸੁਰੱਖਿਆ ਮੁਲਾਜ਼ਮ ਉਹਦੇ ਨਾਲ ਤੈਨਾਤ ਸਨ, ਉਹ ਸਾਰੇ ਵਾਪਸ ਕਰ ਦਿੱਤੇ ਆ। ਸਿਕਿਉਰਿਟੀ ਬਹਾਲ ਕਰਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ, ਉਹਨਾਂ ਨੇ ਇਹ ਵੀ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਪਰ ਸਾਨੂੰ ਸਰਕਾਰ ਦੀ ਸਿਕਿਉਰਿਟੀ ਸੁਰੱਖਿਆ ਨਹੀਂ ਚਾਹੀਦੀ। ਜਿੱਥੇ ਕਿ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੀ ਸੁਰੱਖਿਆ ਵਾਪਸ ਕਰ ਦਿੱਤੀ ਗਈ ਹੈ, ਉੱਥੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਵੀ ਸਿਕਿਉਰਿਟੀ ਮੋੜ ਦਿੱਤੀ ਹੈ। ਨਾਲ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਸਾਰੇ ਸੁਰੱਖਿਆ ਮੁਲਾਜ਼ਮ ਵਾਪਸ ਕਰ ਦਿੱਤੇ ਨੇ, ਸਾਨੂੰ ਸਰਕਾਰ ਦੀ ਸਿਕਿਉਰਿਟੀ ਨਹੀਂ ਚਾਹੀਦੀ। ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਪੁਲਿਸ ਦੇ ਸੁਰੱਖਿਆ ਕਰਮਚਾਰੀ ਵਾਸਤੇ ਨਾਲ ਸੁਰੱਖਿਆ ਵਜੋਂ ਲਗਾਏ ਗਏ ਸਨ, ਉਹਨਾਂ ਨੂੰ ਕੱਲ ਪੰਜਾਬ ਸਰਕਾਰ ਦੇ ਵੱਲੋਂ ਵਾਪਸ ਬੁਲਾ ਲਿਆ ਗਿਆ ਹੈ ਔਰ ਅਸੀਂ ਜਿੰਨੇ ਵੀ ਸਿਕਿਉਰਿਟੀ ਸਾਡੇ ਕੋਲ ਪੁਲਿਸ ਮੁਲਾਜ਼ਮਾਂ ਦੀ ਹੈ, ਅਸੀਂ ਉਸ ਸਾਰੀ ਸਿਕਿਉਰਿਟੀ ਸਰਕਾਰ ਨੂੰ ਵਾਪਸ ਕਰ ਦਿੱਤੀ ਹੈ ਔਰ ਸਰਕਾਰ ਵੱਲੋਂ ਸਿਕਿਉਰਿਟੀ ਬਹਾਲ ਕਰਕੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਿਕਿਉਰਿਟੀ ਵਾਪਸ ਲਈ ਜਾਵੇ, ਪਰ ਅਸੀਂ ਬਿਲਕੁਲ ਵੀ ਸਰਕਾਰੀ ਸੁਰੱਖਿਆ ਵਾਪਸ ਨਹੀਂ ਦੇਵਾਂਗੇ। ਅਸੀਂ ਆਪਣੀ ਸੁਰੱਖਿਆ ਆਪ ਕਰਨ ਦੇ ਸਮਰੱਥ ਹਾਂ। ਸਾਨੂੰ ਕਿਸੇ ਵੀ ਸਰਕਾਰੀ ਸੁਰੱਖਿਆ ਛਤਰੀ ਦੀ ਜ਼ਰੂਰਤ ਨਹੀਂ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕੈਪਟਨ ਅਮਰਿੰਦਰ ਦੀ। ਬੀਜੇਪੀ ਗੱਠਜੋੜ ਦੇ ਵਿੱਚ ਕੈਪਟਨ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਉਣ ਦਾ ਕਹਿਣਾ ਹੈ ਕਿ ਕੈਪਟਨ ਦੀ ਪਾਰਟੀ ਦਾ ਕੋਈ ਖਾਸ ਫਾਇਦਾ ਨਹੀਂ ਹੈ। ਪਟਿਆਲਾ ਦੇ ਵਿੱਚ ਵੀ ਕੈਪਟਨ ਦਾ ਵਜੂਦ ਖਤਮ ਹੋ ਗਿਆ ਹੈ। ਪਟਿਆਲਾ ਦੇ ਵਿੱਚ ਵੀ ਕੈਪਟਨ ਦਾ ਵਜੂਦ ਖਤਮ ਹੋ ਚੁੱਕਾ ਹੈ। ਇਹ ਕਹਿਣਾ ਹੈ ਹਰਜੀਤ ਗਰੇਵਾਲ ਦਾ। ਅੰਦੋਲਨ ਦੇ ਦੌਰਾਨ ਬੀਜੇਪੀ ਲੀਡਰਾਂ ਤੇ ਹੋਏ ਹਮਲਿਆਂ ਦੇ ਵਿੱਚ ਕੈਪਟਨ ਦਾ ਵੀ ਹੱਥ ਹੈ। ਇਹ ਵੀ ਵੱਡਾ ਹਮਲਾ ਹਰਜੀਤ ਗਰੇਵਾਲ ਨੇ ਬੋਲਿਆ। ਗੱਠਜੋੜ ਰਹੇਗਾ ਜਾਂ ਨਹੀਂ, ਇਹ ਫੈਸਲਾ ਹਾਈਕਮਾਨ ਦੇ ਹੱਥ ਹੈ। ਉਹਨਾਂ ਨਾਲ ਹੀ ਉਹਨਾਂ ਨੇ ਕਹਿਣਾ ਕਿ ਇਹ ਫੈਸਲਾ ਹਾਈਕਮਾਨ ਨੇ ਲੈਣਾ ਹੈ। ਬੀਜੇਪੀ ਨੂੰ ਆਪਣੇ ਦਮ ਤੇ ਅੱਗੇ ਵਧਣਾ ਚਾਹੀਦਾ ਹੈ। ਉੱਥੇ ਹੀ ਹਾਈਕਮਾਨ ਨੂੰ ਇਹ ਵੀ ਸਲਾਹ ਦੇ ਰਹੇ ਨੇ ਗਰੇਵਾਲ ਕਿ ਬੀਜੇਪੀ ਨੂੰ ਆਪਣੇ ਦਮ ਤੇ ਅੱਗੇ ਵਧਣਾ ਚਾਹੀਦਾ ਹੈ। ਸੰਗਰੂਰ ਤੋਂ ਢੀਂਡਸਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਇਸ ਗੱਲ ਦੀ ਹਾਮੀ ਭਰੀ ਹੈ ਕਿ ਸੰਗਰੂਰ ਤੋਂ ਢੀਂਡਸਾ ਨੂੰ टिकट दी जानी चाहिए है। की बात करें, कहीं ना कहीं किसान आंदोलन हुआ और हुआ तो कहीं ना कहीं आपकी पार्टी का जो वर्कर है दबी आवाज के अंदर यही कहता हुआ नजर आता है कि उसके लिए कैप्टन अमरिंदर जिम्मेवार थे। तो सीगे ਉਹਦੇ ਚ ਕੀ ਦਿੱਕਤ ਆ? ਜਿਹੜੀ ਗੱਲ ਦਬੀ ਆਵਾਜ਼ ਚ ਕਿਉਂ ਕਹੇ ਜੀ? ਜਿਹੜੀ ਗੱਲ ਹੈ ਉਹ ਉੱਚੀ ਆਵਾਜ਼ ਚ ਕਹਿਣੀ ਚਾਹੀਦੀ ਹੈ। ਦਬੀ ਆਵਾਜ਼ ਚ ਤਾਂ ਜਿਹੜੇ ਕਾਇਰ ਨੇ ਉਹ ਕਹਿੰਦੇ ਹੁੰਦੇ ਆ, ਨਾ ਉਹ ਕਿਸੇ ਪਾਰਟੀ ਦੇ ਕੰਮ ਆ ਸਕਦੇ ਆ, ਨਾ ਕਿਸੇ ਪਰਿਵਾਰ ਦੇ ਆ ਸਕਦੇ ਆ, ਨਾ ਉਹ ਦੇਸ਼ ਦੇ ਆ ਸਕਦੇ ਆ। ਅਣਖ ਤੇ ਗੈਰਤ ਵਾਲੇ ਲੋਕ ਹੀ ਕੰਮ ਆਉਂਦੇ ਆ, ਪਾਰਟੀਆਂ ਦੇ ਵੀ, ਠੀਕ ਹੈ। ਇਸ ਕਰਕੇ ਉਹ ਤਾਂ ਮੇਰੀ ਫਸਲ ਉਹਨਾਂ ਨੇ ਖੁਲਵਾਈ, ਬਹੁਤ ਵਰਕਰਾਂ ਤੇ ਹਮਲੇ ਕੀਤੇ, ਬਾਈ ਨੇਮ ਪਰਚੇ ਨਹੀਂ ਹੋਏ। ਇੱਥੇ ਰਾਜਪੁਰੇ ਸਾਡੇ ਵਰਕਰ ਸਾਰੀ ਰਾਤ ਬੰਦ ਰਹੇ। ਅਗਰ ਸਾਡੀ ਸੈਂਟਰਲ ਲੀਡਰਸ਼ਿਪ ਸਟੈਂਡ ਨਾ ਲੈਂਦੀ ਤਾਂ ਉਦੋਂ ਸ਼ਾਇਦ ਉਹ ਮਾਰੇ ਵੀ ਜਾ ਸਕਦੇ ਸੀ। ਇਸ ਤਰ੍ਹਾਂ ਬਹੁਤ ਕੁਝ ਹੋਇਆ ਸਾਡੇ ਨਾਲ। ਸਾਡੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਤੇ ਬੜੇ ਹਮਲੇ ਹੋਏ। ਤੀਕਸ਼ਣ ਸੂਦ ਦੇ ਘਰ ਤੇ ਹਮਲਾ ਹੋ ਗਿਆ, ਗੋਬਰ ਸੁੱਟਿਆ ਹੈ ਟਰਾਲੀ, और बहुत जगह होया। आने वाले समय के अंदर अगर गठबंधन को लेकर के, क्योंकि आप भी पार्टी के सीनियर नेता हैं, आपसे अगर राय ली जाती है तो कहीं ना कहीं आप पक्ष में नहीं हैं? रह लैणगे तभी है ना, किन्नी रह लेंदे आ, की लेंदे आ, वो गल अलग आ। उपर वालों की सोच की आ, वो क्यों ये कर रहे आ, उसनूं भी तो देखना पैंदा ना। असीं तो अनुशासन च रहने वाली पार्टी हैं, तो जदों तक फैसला नहीं कोई हुंदा उदों तक तो असीं विरोध करते हैं। उस तो बाद असीं फैसलिਆਂ ਦੇ ਨਾਲ ਚੱਲ ਪੈਂਦੇ ਆ। ਸਾਡੇ फैसले ਸਮੂਹਿਕ ਹੁੰਦੇ ਆ, ਕੋਈ ਇੱਕ ਵਿਅਕਤੀ नहीं ਲੈਂਦਾ। इसे करके भारतीय जनता पार्टी च कदे बगावत नहीं हुंदी, कदी नहीं हुंदी। लेकिन पर्सनल हरजीत ग्रेवाल क्या सोचते हैं कि अमरिंदर सिंह के साथ जाने से, उन पार्टियों के साथ जाने से फ़ायदा होगा बीजेपी को आगामी या नुकसान होगा? देखो, ढींडसा जी नाल जाण च संगरूर च फ़ायदा होएगा, तो इन्हां नाल पटियाले जाण च फ़ायदा हो सकदा, पर पूरे पंजाब च कोई किसी का आधार नहीं है, उसका कोई लाभ नहीं होना। तो वो असीं अपना आधार वधाउणा तो सानूं कल्ले ही जाना पऊगा, तो वो हुण देखना हैगा। सारिਆਂ ਦੀ बाकियां दी सहमति किस गल ते है वो पता लगेगा। तो मेरा मत अलग हैगा, क्योंकि मैं अलग तरह की ज़मीन ते घूमदा, अलग तरह के लोगों च विचरदा, तो जगह जगह जाना और बहुत ज़्यादा घूमना हैगा मेरा। तो सानू आम पब्लिक का भी पता रहिंदा भाई वो की सोचती है, तो साडा आधार किस तरह बदलना वो भी पता रहिंदा। ठीक है ना गल? बेशक बीजेपी गठजोड़ दे विच कैप्टन का विरोध हो रहा है, पर कैप्टन हुण अपने पुराने साथियों दी मुश्किलां वधाउण दे लई तैयारी कर रहे हैं। कैप्टन जल्द ही मुख मंत्री मान नूं मिल के अपने पुराने साथियों दे वल्लों कीतीआं बेनियमियां दियां फाइलां सौंपण जा रहे हैं।
ਕੈਪਟਨ ਅਮਰਿੰਦਰ ਸਿੰਘ ਆਪਣੇ ਕੈਬਨਿਟ ਸਾਥੀ ਰਹੇ ਸਾਬਕਾ ਮੰਤਰੀਆਂ ਦੀਆਂ ਪਰਤਾਂ ਖੁੱਲ੍ਹਣ ਜਾ ਰਹੇ ਨੇ। ਕੈਪਟਨ ਦੇ ਨਿਸ਼ਾਨੇ ਤੇ ਕਾਂਗਰਸ ਦੇ ਕੁਝ ਵਿਧਾਇਕ ਵੀ ਨੇ। ਕੈਪਟਨ ਆਪਣੇ ਪੁਰਾਣੇ ਸਾਥੀਆਂ ਦਾ ਇੱਕ ਡੋਜ਼ੀਅਰ ਤਿਆਰ ਕਰ ਰਹੇ ਨੇ। ਕੈਪਟਨ ਆਪਣੇ ਭ੍ਰਿਸ਼ਟ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੂਚੀ ਮੁੱਖ ਮੰਤਰੀ ਮਾਨ ਨੂੰ ਸੌਂਪਣ ਦੀ ਤਿਆਰੀ ਵਿੱਚ ਨੇ। ਜਾਣਕਾਰੀ ਹੈ ਕਿ ਕੈਪਟਨ 6 ਮੰਤਰੀਆਂ ਦੀਆਂ ਫਾਈਲਾਂ ਸੀਐਮ ਮਾਨ ਨੂੰ ਸੌਂਪ ਸਕਦੇ ਨੇ। ਕੁਝ ਵਿਧਾਇਕਾਂ ਦੀ ਲਿਸਟ ਵੀ ਨਾਲ ਦਿੱਤੀ ਜਾ ਸਕਦੀ ਹੈ। ਉਹ ਫਾਈਲਾਂ ਸੀਐਮ ਮਾਨ ਨੂੰ ਸੌਂਪੀਆਂ ਜਾਣਗੀਆਂ ਜਿਨ੍ਹਾਂ ਵਿੱਚ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਜ਼ਿਕਰ ਹੋਵੇਗਾ। L1 ਲਾਇਸੈਂਸ ਲੈਣ ਵਾਲੇ ਅਤੇ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਸ਼ਾਮਲ ਰਹੇ ਲੀਡਰਾਂ ਦੇ ਨਾਵਾਂ ਦੀ ਕੈਪਟਨ ਨੇ ਸੂਚੀ ਤਿਆਰ ਕੀਤੀ ਹੈ। ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਦੇ ਮੁਤਾਬਕ ਹੁਣ ਤੱਕ ਕਾਂਗਰਸੀਆਂ ਨੇ ਕੈਪਟਨ ਦੀ ਦੋਸਤੀ ਦੇਖੀ ਸੀ, ਹੁਣ ਦੁਸ਼ਮਣੀ ਦੇਖਣਗੇ। ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਰਨੀਤ ਕੌਰ ਜਲਦ ਸੀਐਮ ਭਗਵੰਤ ਮਾਨ ਨੂੰ ਮਿਲਣਗੇ ਕਿ ਜਿਹੜੇ ਨਾਮ ਨੇ ਜਿਹੜੇ ਉਹ ਮਾਈਨਿੰਗ ਦੇ ਵਿੱਚ ਲਿਪਤ ਸਨ ਮੰਤਰੀ ਤੇ ਬਾਕੀ ਨਾਮ ਐਮਐਲਏਆਂ ਦੇ ਆ, ਉਹਨਾਂ ਬਾਰੇ ਵੀ ਡਿਸਕਸ਼ਨ ਜ਼ਰੂਰ ਹੋਗੀ ਉਸ ਮੀਟਿੰਗ ਦੇ ਵਿੱਚ ਤੇ ਨਾਮ ਦੱਸ ਕੇ ਆਏ ਵੀ ਜਾਣਗੇ ਕਿ ਕੌਣ ਮਾਈਨਿੰਗ ਕਰਦਾ ਰਿਹਾ, ਕਿਨੇ ਪੰਜਾਬ ਦਾ ਕੀ ਲੁੱਟਿਆ। ਕਿਉਂਕਿ ਪਹਿਲਾਂ ਅਗਰ ਦੋਸਤ ਵੀ ਚੰਗੇ ਸੀ ਤਾਂ ਹੁਣ ਦੁਸ਼ਮਣੀ ਵੀ ਚੰਗੀ ਤਰ੍ਹਾਂ ਨਿਭਾਵਾਂਗੇ। ਉਧਰ ਵਿਰੋਧੀ ਧਿਰਾਂ ਪੁੱਛ ਰਹੀਆਂ ਨੇ ਜਦੋਂ ਕੈਪਟਨ ਨੂੰ ਪਤਾ ਸੀ ਕਿ ਉਸਦੇ ਮੰਤਰੀ ਭ੍ਰਿਸ਼ਟ ਨੇ ਤਾਂ ਫਿਰ ਕੈਪਟਨ ਨੇ ਕਾਰਵਾਈ ਕਿਉਂ ਨਹੀਂ ਕੀਤੀ। ਕੈਪਟਨ ਪੰਜਾਬ ਦੀ ਥਾਂ ਤੇ ਕਾਂਗਰਸੀਆਂ ਦੇ ਨਾਲ ਦੋਸਤੀ ਨਿਭਾਉਂਦੇ ਰਹੇ, ਉਹਨਾਂ ਨੂੰ ਬਚਾਉਂਦੇ ਕਿਉਂ ਰਹੇ। ਵੇਖੋ ਮੇਰੇ ਕੋਲ ਕੋਈ ਬੈਰੋਮੀਟਰ ਨਹੀਂ, ਮੈਂ ਕਿਸੇ ਤੇ ਕੋਈ ਇਲਜ਼ਾਮ ਲਾ ਦੇਵਾਂ ਤੇ ਕਿਸੇ ਦੇ ਬਾਰੇ ਇਹ ਮੇਰਾ ਫਰਜ਼ ਨਹੀਂ ਬਣਦਾ। ਬਾਕੀ ਇਹ ਹੈ ਵੀ ਜੋ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਉਹ ਇੱਕ ਬੜੀ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ। ਵਿਰੋਧੀ ਧਿਰਾਂ ਨੇ ਆਪਣੇ ਕੁਝ ਜ਼ਿੰਦਗੀ ਕੀਤਾ ਨਹੀਂ, ਕਦੀ ਕਰਪਸ਼ਨ ਦੇ ਖਿਲਾਫ ਇੱਕ ਕਦਮ ਨਹੀਂ ਚੱਕਿਆ। ਅੱਜ ਕੈਪਟਨ ਸਾਹਿਬ ਤੇ ਤੁਸੀਂ ਉਸ ਬਿਆਨ ਤੇ ਗੱਲ ਕਰੋ ਨਾ ਕਿ ਕੈਪਟਨ ਸਾਹਿਬ ਕਹਿੰਦੇ ਮੈਂ ਆਪਣੇ ਭ੍ਰਿਸ਼ਟ ਮੰਤਰੀਆਂ ਦੀ ਲਿਸਟ ਦੇਣਾ ਸਰਕਾਰ ਨੂੰ, ਆਪਾਂ ਉਹਦੇ ਤੇ ਗੱਲ ਕਰੀਏ। ਮੈਂ ਤਾਂ ਕੈਪਟਨ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹਨਾ, ਜਾਂ ਉਹਨਾਂ ਦੀ ਸਰਕਾਰ 'ਚ ਉਹਨਾਂ ਨੇ 4.5 ਪੌਣੇ 5 ਸਾਲ ਰਾਜ ਕੀਤਾ, ਵੀ ਅਗਰ ਉਹਨਾਂ ਨੂੰ ਪਤਾ ਸੀ ਕਿਹੜੇ ਭ੍ਰਿਸ਼ਟ ਮੰਤਰੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹ ਕਬੂਲਨਾਮਾ ਕਿ ਉਸਦੇ ਮੰਤਰੀ ਭ੍ਰਿਸ਼ਟ ਸਨ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ। ਸਵਾਲ ਹੈ ਕਿ ਕੈਪਟਨ ਨੇ ਕਾਰਵਾਈ ਕਿਉਂ ਨਹੀਂ ਕੀਤੀ। ਸਵਾਲ ਹੈ ਕਿ ਹੁਣ ਤੱਕ ਕੈਪਟਨ ਨੇ ਨਾਂ ਜਨਤਕ ਕਿਉਂ ਨਹੀਂ ਕੀਤੇ। ਸਵਾਲ ਇਹ ਵੀ ਹੈ ਕਿ ਕੈਪਟਨ ਫਾਈਲਾਂ ਦੇਣਗੇ ਕਦੋਂ ਤੇ ਸਵਾਲ ਇਹ ਵੀ ਹੈ ਕਿ ਕੈਪਟਨ ਦੀਆਂ ਫਾਈਲਾਂ ਤੇ ਆਮ ਆਦਮੀ ਪਾਰਟੀ ਦਾ ਐਕਸ਼ਨ ਕੀ ਹੋਵੇਗਾ। ਬਿਊਰੋ ਰਿਪੋਰਟ ਨਿਊਜ਼ 18। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮਾਈਨਿੰਗ ਦੇ ਮੁੱਦੇ ਦੀ। ਆਪ ਸਰਕਾਰ ਨੇ ਹੁਣ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਖਤਮ ਹੋਣ ਦਾ ਦਾਅਵਾ ਕੀਤਾ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਅੰਕੜੇ ਵੀ ਜਾਰੀ ਕੀਤੇ ਨੇ ਤੇ ਨਾਲ ਹੀ ਪੱਤਰਕਾਰਾਂ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਸਭ ਤੇ ਪੈਸਾ ਖਾਣ ਦੇ ਇਲਜ਼ਾਮ ਲਗਾਏ ਨੇ। ਗੈਰ ਕਾਨੂੰਨੀ ਮਾਈਨਿੰਗ, ਬੇਅਦਬੀ ਅਤੇ ਨਸ਼ੇ ਤੋਂ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਚੋਣਾਂ ਦੌਰਾਨ ਵੀ ਇਹ ਮੁੱਦਾ ਖੂਬ ਉੱਠਿਆ ਅਤੇ ਸਿਆਸਤ ਵੀ ਰੱਜ ਕੇ ਹੋਈ, ਪਰ ਹੁਣ ਪੰਜਾਬ 'ਚ ਆਪ ਸਰਕਾਰ ਬਣਦੇ ਹੀ ਗੈਰ ਕਾਨੂੰਨੀ ਮਾਈਨਿੰਗ ਖਤਮ ਕਰਨ ਦਾ ਦਾਅਵਾ ਹੋਇਆ ਹੈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਹਰ ਰੋਜ਼ 35,000 ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ, ਜਿਹੜੀ ਕਿ ਹੁਣ 1 ਲੱਖ ਟਨ ਤੋਂ ਪਾਰ ਹੋ ਗਈ ਹੈ। ਜਿਹੜਾ ਲੀਗਲ ਮਾਈਨਿੰਗ ਹੈ ਉਸ ਦੇ ਵਿੱਚ ਭਾਰੀ ਇਜ਼ਾਫਾ ਹੋਇਆ। ਆ ਜਿਹੜੇ ਟੈਂਡਰ ਦਿੱਤੇ ਗਏ ਸੀ ਇਹ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਸੀ ਤੇ ਮਾਰਚ 2023 ਤੱਕ ਹੈ। ਉਹਨਾਂ ਹੀ ਠੇਕੇਦਾਰਾਂ, ਉਹਨਾਂ ਕੰਟਰੈਕਟਰਾਂ ਤੋਂ ਸ਼ਿਕੰਜਾ ਕੱਸ ਕੇ ਇਮਾਨਦਾਰੀ ਦੇ ਨਾਲ ਲੀਗਲ ਮਾਈਨਿੰਗ ਕਰਾਈ ਗਈ। ਤੇ ਮੈਂ ਤੁਹਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਪਿਛਲੇ ਸਾਲ ਸਿਰਫ 35,000 ਤੋਂ 40,000 ਮੈਟ੍ਰਿਕ ਟਨ ਡੇਲੀ ਐਵਰੇਜ ਐਕਸਟ੍ਰੈਕਸ਼ਨ ਹੁੰਦੀ ਸੀ, ਖੱਡਾਂ ਚੋਂ ਰੇਤਾ ਬਜਰੀ ਨਿਕਲਦਾ ਸੀ, ਜਦਕਿ ਅਸੀਂ 1 ਲੱਖ ਤੋਂ ਪਾਰ ਲੈ ਕੇ ਜਾ ਚੁੱਕੇ ਹਾਂ। ਕੱਲ ਪੰਜਾਬ ਦੇ ਵਿੱਚ 1,03,000 ਮੈਟ੍ਰਿਕ ਟਨ ਐਕਸਟ੍ਰੈਕਸ਼ਨ ਹੋਈ ਹੈ। ਮਾਈਨਿੰਗ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ। ਉਹਨਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਨਜਾਇਜ਼ ਮਾਈਨਿੰਗ ਜ਼ੋਰਾਂ ਤੇ ਸੀ, ਪਰ ਹੁਣ ਇਸ ਤੇ ਪੂਰੀ ਤਰ੍ਹਾਂ ਲਗਾਮ ਲੱਗੀ ਹੈ। ਮਾਈਨਿੰਗ ਮੰਤਰੀ ਨੇ ਕਈ ਤਰ੍ਹਾਂ ਦੇ ਅੰਕੜੇ ਵੀ ਲੋਕਾਂ ਅੱਗੇ ਪੇਸ਼ ਕੀਤੇ ਨੇ। ਪਿਛਲੇ ਸਾਲ ਮਈ ਮਹੀਨੇ 'ਚ ਸਿਰਫ 8 ਲੱਖ ਮੈਟ੍ਰਿਕ ਟਨ ਲੀਗਲ ਮਾਈਨਿੰਗ ਹੋਈ ਤੇ ਇਸ ਸਾਲ ਮਈ ਮਹੀਨੇ 'ਚ ਅਸੀਂ ਆਲਰੇਡੀ 18.5 ਲੱਖ ਮੈਟ੍ਰਿਕ ਟਨ ਪਾਰ ਕਰ ਚੁੱਕੇ ਹਾਂ, ਜੋ ਕਿ 2 ਗੁਣਾ ਤੋਂ ਵੀ ਜ਼ਿਆਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੀਆਂ ਸਰਕਾਰਾਂ ਇਲੀਗਲ ਮਾਈਨਿੰਗ ਕਰਾਉਂਦੀਆਂ ਸੀ ਤੇ ਉਸ ਦੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਹੈ ਉਹਦੇ 'ਚ ਚੋਰੀ ਹੋਈ, ਇੱਕ ਮਾਫੀਆ ਚੱਲਦਾ ਸੀਗਾ। ਉਧਰ ਰੋਪੜ ਦੇ ਇੱਕ ਸਮਾਗਮ 'ਚ ਬੋਲਦਿਆਂ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਵਿਭਾਗ 'ਚ ਪਹਿਲਾਂ ਸਭ ਕੁਝ ਹਵਾ 'ਚ ਚੱਲਦਾ ਸੀ ਅਤੇ तमाम ਅਧਿਕਾਰੀਆਂ ਨੂੰ ਇਸ ਦਾ ਨਜਾਇਜ਼ ਮਾਈਨਿੰਗ 'ਚੋਂ ਹਿੱਸਾ ਜਾਂਦਾ ਸੀ। ਇੱਕ ਐਦਾਂ ਦਾ ਮਹਿਕਮਾ ਸੀ ਜਿੱਥੇ ਸਾਰਾ ਕੁਝ ਹੀ ਹਵਾ 'ਚ ਚੱਲਦਾ ਸੀ। ਐਦਾਂ ਦਾ ਮਹਿਕਮਾ ਸੀ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਪੱਤਰਕਾਰਾਂ ਤੋਂ ਲੈ ਕੇ ਹਾਰੇ ਜਿੱਤੇ ਐਮਐਲਏਆਂ ਤੋਂ ਲੈ ਕੇ ਐਸਐਚਓ, ਡੀਐਸਪੀ
एसएसपी, डीजीपी, मंत्री, मुख्यमंत्री तक सारे इस महकमे जो पैसा खाते हैं। ਪਿਛਲੀ ਸਰਕਾਰ ਸਮੇਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਵੱਡੀ ਪੱਧਰ ਤੇ ਉੱਠਿਆ। ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਆਪ ਨੇ ਕੈਪਟਨ ਸਰਕਾਰ ਅਤੇ ਫਿਰ ਚੰਨੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਰਾਣਾ ਗੁਰਜੀਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਕੈਪਟਨ ਨੇ ਖੁਦ ਹੈਲੀਕਾਪਟਰ ਰਾਹੀਂ ਰੇਕੀ ਕੀਤੀ, ਪਰ ਮਾਈਨਿੰਗ ਮਾਫੀਆ ਬੇਲਗਾਮ ਹੀ ਰਿਹਾ। ਰੋਪੜ ਤੋਂ ਅਵਤਾਰ ਸਿੰਘ, ਨਿਊਜ਼ 18 ਪੰਜਾਬ। रुक करते अगली वड्डी खबर दा लुधियाना दे विच दर्दनाक हादसा वापरिया। स्कॉर्पियो गड्डी ने महिला नूं दर्द दिता है। गड्डी ते पुलिस दा स्टिकर लग्या होया है। महिला दी हालत गंभीर दसी जा रही है। इलाज हालांकि जारी है। पुलिस ने गड्डी नूं कब्जे दे विच ले लिया। लुधियाना दे विच दरअसल दर्दनाक हादसा वापरिया है। स्कॉर्पियो गड्डी ने महिला नूं बुरी तरह दर्द दिता है। गड्डी ते पुलिस दा स्टिकर लग्या होया है। महिला दी हालत गंभीर दसी जा रही है, जिसनूं कि हस्पताल दे विच भर्ती करवाया गया। फिलहाल महिला दा इलाज जारी है। उत्थे पुलिस ने कार्रवाई करदे गड्डी नूं कब्जे विच ले लिया। फिलहाल इसे रोक रहे हैं छोटी जी ब्रेक ली। जल्द हाजिर होने ब्रेक तो बाद।